Hello friends, welcome on our channel Chemistry with Karm. So today we are going to discuss about the quick revision chapter amine. Amine ਚ ਬਹੁਤ ਸਾਰੇ ਕੁਐਸਚਨ ਆਉਂਦੇ ਆ ਜੋ ਮੈਸਟੀਕੇਟਰ ਲਈ ਇੰਪੋਰਟੈਂਟ ਹੈ। ਫਸਟਲੀ ਸਾਨੂੰ ਇੱਕ ਚੀਜ਼ ਕਲੀਅਰ ਹੋ ਜਾਣੀ ਚਾਹੀਦੀ ਹੈ, ਉਸ ਦੇ ਬੇਸ ਤੇ ਤੁਹਾਨੂੰ ਇੱਕ ਕਨਸੈਪਟ ਹੈ, ਉਸ ਦੇ ਬੇਸ ਤੇ ਤੁਹਾਨੂੰ ਨੀਅਰ ਅਬਾਊਟ 5 ਕੁਐਸਚਨ ਕਲੀਅਰ ਹੋ ਜਾਣਗੇ। ਸੋ ਕੁਛ ਨਹੀਂ ਹੈ, ਫਸਟ ਤੁਹਾਨੂੰ ਮੰਨ ਲਓ ਅਗਰ ਰਿਐਕਸ਼ਨ ਦਿੱਤੀ ਹੋਏਗੀ ਲਾਈਕ ਦਿਸ ਵਨ, ਯੂ ਹੈਵ ਐਨੀਲੀਨ और उस अगर रिएक्शन देती होएगी एसिटिक एनहाइड्राइड पाया होए, एसिटिक एनहाइड्राइड पाया होगा, ब्रोमीनेशन होगी एंड सल्फ्यूरिक एसिड पाया हो सकता है, ਜਾਂ ਇਸ ਦੀ ਜਗ੍ਹਾ ਤੇ ਕੋਈ ਵੀ ਹੋਰ ਇਥेनोइक एसिड वगैरह पाया हो सकता है। ठीक है, सो ਆਪਾਂ ਮਕੈਨਿਜ਼ਮ ਤੇ ਕਰਕੇ ਦਿਖਾਉਂਗਾ ਤੁਹਾਨੂੰ ਮੈਂ ਰਿਐਕਸ਼ਨ ਐਕਚੁਅਲੀ ਕਿਆ ਡਾਇਰੈਕਟਲੀ ਸਾਨੂੰ ਪਤਾ ਲੱਗ ਜਾਂਦਾ ਆ ਕਿ ਜਿਹੜੀ ਇਹ ਵਾਲੀ ਹੈਗੀ ਆ ਇਹ ਕੀ ਕਰ ਰਿਹਾ ਅਕੋਰਡਿੰਗ ਟੂ ਸਾਡੇ ਕੀ ਬਣਨਾ ਚਾਹੀਦਾ, ਐਸਟਾਮਾਈਡ ਬਣੂਗਾ। ਡਾਇਰੈਕਟਲੀ ਅਸੀਂ ਅਗਰ ਦੇਖੀਏ ਜਿਨ੍ਹਾਂ ਨੇ ਕੈਮਿਸਟਰੀ ਨਹੀਂ ਕੀਤੀ ਉਹਨਾਂ ਲਈ ਥੋੜ੍ਹਾ ਟਫ ਹੋਏਗਾ, ਉਹ ਤੁਹਾਨੂੰ ਮੈਂ ਮਕੈਨਿਜ਼ਮ ਦੇ ਤੌਰ 'ਤੇ ਦੱਸੂਗਾ। ਬਟ ਜਿੱਦਾਂ ਦੇਖਿਓ ਹੈ ਨਾ, ਤਾਂ ਇਹਨਾਂ ਨੇ ਕਿਆ ਕਰਨਾ, ਪ੍ਰੋਟੈਕਸ਼ਨ ਕਰਨੀ ਹੁੰਦੀ ਆ ਜਿਹੜਾ ਗਰੁੱਪ ਹੋਏਗਾ। ਠੀਕ ਹੈ, ਐਸਿਟਿਕ ਐਨਹਾਈਡਰਾਈਡ ਨੇ ਪ੍ਰੋਟੈਕਸ਼ਨ ਕਰਨੀ ਹੁੰਦੀ ਹੈ। ਸੋ ਜਿਹੜੀ ਪ੍ਰੋਟੈਕਸ਼ਨ ਹੈ ਇਹ ਕਿਸ ਤਰੀਕੇ ਨਾਲ ਹੋਏਗੀ, ਮੰਨ ਲਓ सॉरी मिस्टेक होगी, COCH3 आएगा, नॉट ए ओके, C here is N एंड ए वाला पार्ट अंदर नाल जाके अटैच हो जाएगा, COCH3 दिस वन। सो दिस ਪ੍ਰੋਡਕਟ ਵੁੱਡ ਬੀ ਫਾਰਮਡ ਇਨ ਦੀ ਐਂਡ। ਸੋ ਇਹਦਾ ਮਤਲਬ ਕੀ ਹੈ, ਅਸੀਂ ਕੀ ਕਰ ਰਹੇ ਹਾਂ, ਪਹਿਲਾਂ ਐਨੀਲੀਨ ਨੂੰ ਪ੍ਰੋਟੈਕਟ ਕਰ ਰਹੇ ਹਾਂ। ਇਹ ਪ੍ਰੋਟੈਕਸ਼ਨ ਵਾਲਾ ਮੈਥਡ, ਜਦੋਂ ਅਸੀਂ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਪ੍ਰੋਡਕਟ ਹੈ ਔਰਥੋ ਵਾਲਾ ਬਣੇ ਜਾਂ ਪੈਰਾ ਵਾਲਾ ਬਣੇ, ਤਾਂ ਸਾਨੂੰ ਐਨੀਲੀਨ ਦੀ ਪ੍ਰੋਟੈਕਸ਼ਨ ਕਰਨੀ ਪੈਂਦੀ ਹੈ, ਐਨੀਲੀਨ ਨੂੰ ਡੀਐਕਟੀਵੇਟ ਕਰਨਾ ਪੈਂਦਾ। ਸੋ ਇਹ ਡੀਐਕਟੀਵੇਸ਼ਨ ਆਫ ਐਨੀਲੀਨ ਹੈ। ਅਗਰ ਅਸੀਂ ਐਨੀਲੀਨ ਨੂੰ ਡੀਐਕਟੀਵੇਟ ਨਹੀਂ ਕਰਦੇ, ਦੈਨ ਅਸੀਂ ਅਗਰ ਡਾਇਰੈਕਟ ਬ੍ਰੋਮੀਨੇਸ਼ਨ ਕਰ ਦਿੰਦੇ ਹਾਂ, ਦੈਨ ਚਾਂਸ ਹੋਣਗੇ ਕਿ ਉਹ ਸਾਰਿਆਂ ਇੱਥੇ ਵੀ ਲੱਗ ਜਾਊਗੀ ਬ੍ਰੋਮੋ, ਇੱਥੇ ਵੀ ਬ੍ਰੋਮੋ, ਹੈ ਨਾ, ਇੱਥੇ ਵੀ ਬ੍ਰੋਮੋ, ਇੱਥੇ ਬ੍ਰੋਮੋ, ਇੱਥੇ ਨਹੀਂ ਲੱਗੂਗੀ, ਸੌਰੀ ਇੱਥੇ ਇੱਥੇ ਅਤੇ ਇੱਥੇ। ਠੀਕ ਹੈ, ਇਹ ਵਾਲੀ ਪੋਜੀਸ਼ਨ ਦੇ ਉੱਪਰ, ਇਹ ਵਾਲੀ ਪੋਜੀਸ਼ਨ ਦੇ ਉੱਪਰ, ਇਹ ਵਾਲੀ ਪੋਜੀਸ਼ਨ ਉੱਪਰ ਬ੍ਰੋਮੀ ਲੱਗ ਜਾਊਗੀ। ਬਟ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਕੋਲ ਇਹ ਟਰਾਈ ਬ੍ਰੋਮੋ ਐਨੀਲੀਨ ਬਣੇ, ਅਸੀਂ ਚਾਹੁੰਦੇ ਹਾਂ ਕਿ ਸਾਡੇ ਕੋਲ ਸਿਰਫ ਪੈਰਾ ਵਾਲੀ ਬ੍ਰੋਮੋ ਬਣੇ। ਫਿਰ ਸਾਨੂੰ ਕੀ ਕਰਨਾ ਪੈਂਦਾ, ਇਸ ਐਨੀਲੀਨ ਨੂੰ ਡੀਐਕਟੀਵੇਟ ਕਰਨਾ ਪੈਂਦਾ। ਸੋ ਡੀਐਕਟੀਵੇਟ ਕਰਨਾ ਪੈਂਦਾ ਆ। ਸੋ ਡੀਐਕਟੀਵੇਟ ਕਰਨ ਦੇ ਲਈ ਸਾਨੂੰ ਕੀ ਕਰਨਾ ਪੈਂਦਾ, ਵਿੱਚ ਐਡ ਐਸਿਟਿਕ ਐਨਹਾਈਡਰਾਈਡ, ਹੈ ਨਾ, ਐਸਿਟਿਕ ਐਨਹਾਈਡਰਾਈਡ। ਇਸ ਕਨਸੈਪਟ ਦੇ ਬੇਸ 'ਤੇ ਤੁਹਾਡੇ ਸਾਰੇ ਕੁਐਸਚਨ ਕਲੀਅਰ ਹੋਣ ਵਾਲੇ ਨੇ। ਇਸ ਚੈਪਟਰ ਦੇ ਕੁਇਕ ਰੀਜ਼ਨ ਹੈ, ਸੋ ਮਾਸਟਰ 'ਚ ਡੈਫੀਨੇਟਲੀ ਇੱਦਾਂ ਦਾ ਕੁਐਸਚਨ ਤੁਹਾਨੂੰ ਇੱਕ ਆਏਗਾ ਜਿਹਦੇ ਵਿੱਚ ਤੁਹਾਨੂੰ ਇੱਥੋਂ ਹੀ ਕਨਸੈਪਟ ਮਿਲੂਗਾ। ਸੋ ਯਾਦ ਰੱਖਿਓ ਐਂਡ ਥੈਂਕ ਯੂ ਜ਼ਰੂਰ ਕਹਿ ਦੇਣਾ ਆਫਟਰ ਮਾਸਟਰ। ਦੇਖੋ ਹੈ ਨਾ, ਸਟੈਕ ਹੁਣ ਮੈਂ ਦੱਸਦਾ ਬਣਦਾ ਕਿੱਦਾਂ ਆ। ਫਿਰ ਮੈਂ ਜੋ ਇਸ ਤੋਂ ਬਾਅਦ ਸਾਰੀਆਂ ਰਿਐਕਸ਼ਨਸ ਹੀ ਹੈਗੀਆਂ ਨੇ ਜੋ ਐਨੀਲੀਨ ਦੇ ਬੇਸ ਦੇ ਉੱਪਰ ਰਿਐਕਸ਼ਨਸ ਆ ਸਕਦੀਆਂ ਨੇ, ਜਾਂ ਕਿਉਂਕਿ ਮਾਈਂਡ ਦੇ ਟੌਪਿਕ ਜ਼ਿਆਦਾ ਚੱਕਦੇ ਆ ਪੇਪਰ ਦੇ ਵਿੱਚ ਥੋੜ੍ਹੇ ਜਿਹੇ ਆਰਗੈਨਿਕ 'ਚੋਂ। ਸੋ ਦੈਟਸ ਵਾਈ ਵੀ ਆਰ ਗੋਇੰਗ ਟੂ ਡਿਸਕਸ ਅਬਾਊਟ ਦਿਸ। ਲਿਸਨ, ਆਪਾਂ ਮੈਕੈਨਿਜ਼ਮ ਕਰਦੇ ਹਾਂ। ਠੀਕ ਹੈ, ਪਹਿਲਾਂ ਤਾਂ ਆਪਾਂ ਈਜ਼ੀ ਕਰਨ ਵਾਸਤੇ, ਚਲੋ ਈਜ਼ੀ ਕਿਆ ਕਰਨਾ, ਡਾਇਰੈਕਟ ਤੁਹਾਨੂੰ ਦੱਸ ਦੇਣਾ, ਤੁਸੀਂ ਆਲ ਪੜ੍ਹਿਆ ਹੋਏਗਾ ਸਭ ਕੁਛ। ਸਾਡੇ ਕੋਲ ਐਨੀਲੀਨ ਹੈ, ਇਟ ਇਜ਼ ਐਨੀਲੀਨ, ਅਸੀਂ ਪ੍ਰੋਪਰ ਖੋਲ ਕੇ ਲਿਖ ਦਿੱਤਾ। ਐਨੀਲੀਨ ਕੋਲੇ ਕਿਆ ਹੁੰਦੇ ਆ, ਲੋਨ ਪੇਅਰ ਹੁੰਦੇ ਆ। ਠੀਕ, ਐਨੀਲੀਨ ਕੋਲੇ ਲੋਨ ਪੇਅਰ ਹੁੰਦੇ ਆ। ਅਸੀਂ ਐਸਿਟਿਕ ਐਨਹਾਈਡਰਾਈਡ ਨੂੰ ਵੀ ਓਪਨ ਫਾਰਮ ਵਿੱਚ ਲਿਖ ਲਾਂਗੇ, ਐਸਿਟਿਕ ਐਨਹਾਈਡਰਾਈਡ ਨੂੰ ਵੀ ਅਸੀਂ ਓਪਨ ਫਾਰਮ 'ਚ ਲਿਖ ਲਾਂਗੇ। ਠੀਕ, ਹੁਣ ਅਸੀਂ ਕਿਆ ਕਰਨਾ ਆ, ਰਿਐਕਸ਼ਨ ਕਰਨੀ ਆ। ਸੋ ਜਿਹੜੇ ਆਹ ਵਾਲੇ ਲੋਨ ਪੇਅਰ ਹੈਗੇ ਆ, ਨਾਈਟ੍ਰੋਜਨ ਦੇ ਲੋਨ ਪੇਅਰ ਵਿਲ ਬੀ ਅਟੈਕ ਔਨ ਦਿਸ ਕਾਰਬਨ, ਇਸ ਕਾਰਬਨ ਦੇ ਉੱਪਰ ਅਟੈਕ ਕਰਦੇ ਆ। ਇਹ ਜਿਹੜਾ ਡਬਲ ਬੌਂਡ ਹੈ ਇਹ ਸ਼ਿਫਟ ਕਰ ਜਾਂਦਾ ਆ ਆਕਸੀਜਨ ਦੇ ਉੱਪਰ। ਠੀਕ, ਤਾਂ ਸਾਡੇ ਕੋਲ ਪ੍ਰੋਡਕਟ ਕੀ ਬਣੇਗਾ, ਐਨੀਲੀਨ ਨਾਲ, ਇਹ ਤਾਂ ਸਾਡੇ ਕੋਲ ਹੈਗੇ ਆ NH ਪੋਜ਼ਿਟਿਵ ਪਤਾ ਚੱਲ ਗਿਆ ਹੋਏਗਾ ਤੁਹਾਨੂੰ ਆਪਾਂ ਕਿਉਂ ਲਗਾ ਰਹੇ ਹਾਂ, ਕਿਉਂਕਿ ਇਹਦੇ ਕੋਲੋਂ ਇਲੈਕਟ੍ਰੋਨ ਗਏ ਆ, ਸੌਰੀ ਦਿਸ वन bond and here is 6 electron with negative charge। okay,
ਸੋ ਜਿਹੜੀ ਬੌਂਡ ਉੱਪਰ ਸ਼ਿਫਟ ਕਰ ਗਈ ਉਹ ਅਸੀਂ ਇੱਦਾਂ ਨਹੀਂ ਲਗਾਵਾਂਗੇ, ਉੱਪਰ ਇਲੈਕਟ੍ਰੋਨ ਚਲੇ ਗਏ ਨੇ। ਇਸ ਤੋਂ ਬਾਅਦ ਬਾਕੀ ਸਾਰਾ ਐਜ਼ ਇਟ ਇਜ਼ ਉੱਦਾਂ ਰਹੇਗਾ। ਠੀਕ ਹੈ ਜੀ, ਤਾਂ ਸਾਡੇ ਕੋਲ ਇਹ ਵਾਲੀ ਇੰਟਰਮੀਡੀਏਟ ਬਣ ਗਿਆ। ਦੈਨ ਇਸ ਤੋਂ ਬਾਅਦ ਇੰਟਰਮੀਡੀਏਟ ਦੇ ਵਿੱਚ ਜਿਹੜੀ ਰਿਐਕਸ਼ਨ ਹੋਏਗੀ ਕਿੱਦਾਂ ਹੋਏਗੀ, ਇਹ ਵਾਲੇ ਇਲੈਕਟ੍ਰੋਨ ਇੱਥੇ ਸ਼ਿਫਟ ਕਰਨਗੇ। ਠੀਕ ਹੈ, ਜਿਹੜੀ ਆਹ ਵਾਲਾ ਬੌਂਡ ਹੋਏਗਾ ਇਹ ਕਿਹਨੂੰ ਦੇ ਦੂਗਾ, ਇਹਨੂੰ ਆਪਣੇ ਇਲੈਕਟ੍ਰੋਨ ਦੇ ਜਾਊਗਾ ਨਾਈਟ੍ਰੋਜਨ ਨੂੰ, ਕਿਉਂਕਿ ਨਾਈਟ੍ਰੋਜਨ ਇਲੈਕਟ੍ਰੋਨ ਡੈਫੀਸ਼ੀਐਂਟ ਸਪੀਸੀਜ਼, ਔਰ oxygen will be donate to this carbon and become a double bond and so on। so ਇਹ double bond ਇੱਥੇ ਬਣ ਜਾਏਗੀ and there is one CH3, okay there is one CH3 also। so ਇੱਥੇ double bond ਬਣ ਜਾਊਗੀ, ਇਹਨੂੰ ਕਿਆ ਕਰ ਦਿੱਤਾ ਜਾਏਗਾ, ਬ੍ਰੇਕ ਡਾਊਨ ਕਰ ਦਿਆ ਜਾਏਗਾ। ਬ੍ਰੇਕ ਡਾਊਨ ਕਰਨ ਦੇ ਨਾਲ ਸਾਡੇ ਕੋਲੇ ਜੋ ਪ੍ਰੋਡਕਟ ਬਣੇਗਾ NHCO ਠੀਕ ਹੈ, ਇਸ ਨੂੰ ਜਿੱਦਾਂ ਮਰਜ਼ੀ ਤੁਸੀਂ ਲਿਖ ਸਕਦੇ ਹੋ, NHCH2 ਜਿੱਦਾਂ ਆਪਾਂ ਇਹ ਵਾਲਾ ਪ੍ਰੋਡਕਟ ਲਿਖਿਆ ਸੀਗਾ ਐਜ਼ ਇਟਸ ਆਪਾਂ ਲਿਖ ਸਕਦੇ ਹਾਂ, ਸੇਮ ਚੀਜ਼ ਹੈ। ਸੋ ਜਸਟ ਅਰੇਂਜਮੈਂਟ 'ਚ ਥੋੜ੍ਹਾ ਜਿਹਾ ਡਿਫਰੈਂਸ ਹੈ, ਆਪਾਂ ਇਹਨੂੰ ਇੱਦਾਂ ਕਰਕੇ ਵੀ ਲਿਖ ਸਕਦੇ ਹਾਂ NHCOCH3। ਠੀਕ ਹੈ, ਸਾਡੇ ਕੋਲ ਪ੍ਰੋਡਕਟ ਇਹ ਬਣ ਚੁੱਕਿਆ। ਹੁਣ ਇਸ ਤੋਂ ਬਾਅਦ ਕਿਆ ਆ ਕਿ ਸਾਡੇ ਕੋਲ ਰਿਐਕਸ਼ਨਸ ਆਉਂਦੀਆਂ ਨੇ ਜੀ ਇਸ ਦੇ ਬੇਸ ਦੇ ਉੱਪਰ। ਇਹਦੇ ਵਿੱਚ ਤੁਹਾਨੂੰ ਨਾਈਟ੍ਰੇਸ਼ਨ ਲਈ ਕਹਿ ਸਕਦੇ ਆ, ਇਹਦੇ ਵਿੱਚ ਤੁਹਾਨੂੰ ਬ੍ਰੋਮੀਨੇਸ਼ਨ ਕਹਿ ਸਕਦੇ ਆ, ਇਸ ਦੇ ਵਿੱਚ ਤੁਹਾਨੂੰ ਕੁਛ ਵੀ ਐਡ ਕਰਨਾ ਹੋਏ ਸਲਫੋਨੇਸ਼ਨ ਕਹਿ ਸਕਦੇ ਆ, ਮਤਲਬ CO3H ਗਰੁੱਪ ਅਟੈਚ ਹੁੰਦਾ ਵੈਸੇ, ਅਤੇ ਇਹ ਆਉਂਦਾ ਕਿੱਥੋਂ ਹੁੰਦਾ, ਸਲਫਿਊਰਿਕ ਐਸਿਡ ਉੱਪਰੋਂ ਆਉਂਦਾ ਸਲਫੋਨੇਸ਼ਨ ਕਹਿ ਸਕਦੇ ਹਾਂ, ਹੈ ਨਾ। ਸੋ ਆਪਾਂ 1 ਬਾਏ 1 ਇਹ ਸਾਰੀਆਂ ਰਿਐਕਸ਼ਨ ਡਿਸਕਸ ਕਰਦੇ ਹਾਂ, ਇਹਨਾਂ ਦੇ ਵਿੱਚੋਂ ਹੀ 1-2 ਕੁਐਸਚਨ ਆਉਣ ਵਾਲੇ ਆ। ਸੋ ਅਸੀਂ ਕੀ ਕਰਨਾ ਹੈ, ਪਹਿਲਾਂ ਐਨੀਲੀਨ ਨੂੰ ਪ੍ਰੋਟੈਕਟ ਕਰਨਾ ਆ। ਐਨੀਲੀਨ ਨੂੰ ਪ੍ਰੋਟੈਕਟ ਕਰਨਾ ਆ ਕਿਸ ਦੇ ਨਾਲ, ਐਸਟਿਕ ਐਨਹਾਈਡਰਾਈਡ ਦੇ ਨਾਲ, ਜਾਂ ਅਸੀਂ ਕਈ ਵਾਰ ਸਲਫੋਨਾਈਲ ਕਲੋਰਾਈਡ ਦੇ ਨਾਲ ਵੀ ਅਸੀਂ ਪ੍ਰੋਟੈਕਟ ਕਰ ਸਕਦੇ ਹਾਂ, ਪਰ ਡਿਪੈਂਡ ਕਰਦਾ ਕਿ ਸਲਫੋਨਾਈਲ ਕਲੋਰਾਈਡ ਦਿੱਤਾ ਹੋਇਆ ਜਾਂ ਸਾਨੂੰ ਐਸਟਿਕ ਐਨਹਾਈਡਰਾਈਡ ਦਿੱਤਾ ਹੋਇਆ। ਐਸਟਿਕ ਐਨਹਾਈਡਰਾਈਡ ਦੇ ਨਾਲ ਐਨੀਲੀਨ ਨੂੰ ਪ੍ਰੋਟੈਕਟ ਕਰਾਂਗੇ। ਐਨੀਲੀਨ ਜਦੋਂ ਪ੍ਰੋਟੈਕਟ ਹੋ ਗਈ, ਮਤਲਬ ਅਮਾਈਨ ਗਰੁੱਪ ਜਿਹੜਾ ਹੈਗਾ NH2 ਇਹ ਪ੍ਰੋਟੈਕਟ ਹੋ ਗਿਆ, ਇਹ ਡੀਐਕਟੀਵੇਟ ਹੋ ਗਿਆ। ਪਹਿਲਾਂ ਇਹਦੇ ਕੋਲ ਫਿਰ ਫ੍ਰੀ ਸੀਗੇ, ਬਟ ਹੁਣ ਕੀ ਡੀਐਕਟੀਵੇਟ ਹੋ ਗਿਆ, ਉਹਨਾਂ ਰਿਐਕਟਿਵ ਨਹੀਂ ਰਿਹਾ ਜਿੰਨਾ ਪਹਿਲਾਂ ਸੀਗਾ। ਸੋ ਪ੍ਰੋਟੈਕਟ ਹੋਣ ਦੇ ਨਾਲ ਜਿਹਦੀ ਬੇਸਿਸਿਟੀ ਹੈ ਉਹ ਡਿਕਰੀਜ਼ ਹੋ ਜਾਏਗੀ, ਬੇਸਿਸਿਟੀ ਡਿਕਰੀਜ਼ ਹੋ ਗਈ। ਦੈਨ ਹੁਣ ਇਹਦੇ ਕੋਲ ਸਿਰਫ ਚਾਂਸ ਹੈਗਾ ਕਿ ਇਹ ਆਪਣੇ ਅਕੋਰਡਿੰਗ ਆਪਾਂ ਜਿੱਥੇ ਚਾਹਾਂਗੇ, ਮਤਲਬ ਅਕੋਰਡਿੰਗ ਟੂ ਦਿਸ ਜਿਹੜਾ ਆਪਣਾ ਇਲੈਕਟ੍ਰੋਫਾਈਲ ਆਏਗਾ ਜੋ ਵੀ, ਉਹ ਕਿੱਥੇ ਅਟੈਕ ਕਰੇਗਾ, ਪੈਰਾ ਵਾਲੀ ਪੋਜੀਸ਼ਨ ਦੇ ਉੱਪਰ। ਔਰਥੋ ਵਾਲੀ ਤਾਂ ਨਹੀਂ ਕਰੂਗਾ, ਬਿਕਾਜ਼ ਔਰਥੋ ਤਾਂ ਬਹੁਤ ਸਾਰੀ ਸਟੇਰਿਕ ਹਿੰਡਰਸ ਹੋ ਜਾਏਗੀ, ਹੈ ਨਾ। ਸੋ ਸਾਡਾ ਜਿਹੜਾ ਮੇਜਰ ਪ੍ਰੋਡਕਟ ਬਣੇਗਾ ਉਹ ਪੈਰਾ ਵਾਲਾ ਬਣੇਗਾ। ਸੋ ਹਰੇਕ ਕੁਐਸਚਨ ਦੇ ਵਿੱਚ ਇਹੀ ਚੀਜ਼ਾਂ ਪਾਈਆਂ ਹੋਣਗੀਆਂ ਤੁਹਾਡੇ ਵਿੱਚ। ਤੁਸੀਂ ਬਸ ਦੇਖੋ, ਜਿਹੜਾ ਇਹ ਗਰੁੱਪ ਹੈ ਇਹ ਰਿਲੀਜ਼ ਹੋ ਜਾਏਗਾ H2 ਦੇ ਦੁਆਰਾ, H ਪੋਜ਼ੀਟਿਵ ਦੇ ਦੁਆਰਾ, ਜੋ ਅਸੀਂ ਵਿੱਚ ਸਲਫਿਊਰਿਕ ਐਸਿਡ ਪਾਇਆ ਸੀਗਾ ਸਟਾਰਟਿੰਗ ਦੇ ਵਿੱਚ, ਸਲਫਿਊਰਿਕ ਐਸਿਡ ਪਾਇਆ ਹੋਇਆ, ਹੈ ਨਾ। ਸਲਫਿਊਰਿਕ ਐਸਿਡ ਪਾਇਆ ਹੋਇਆ ਉਹ H ਪੋਜ਼ੀਟਿਵ ਇਹਨਾਂ ਕੇ ਬਾਹਰ ਲੈ ਜਾਊਗਾ। ਸੋ ਰਿਐਕਸ਼ਨ ਹੋ ਜਾਏਗੀ ਇੱਦਾਂ, NHCOCH3 ਸਾਡੇ ਕੋਲ। ਅਗਰ ਅਸੀਂ ਨਾਈਟ੍ਰੇਸ਼ਨ ਕਰਾ ਰਹੇ ਹਾਂ, ਦੈਟ ਮੀਨਸ ਕਿ ਜਿਹੜੀ ਅਸੀਂ ਨਾਈਟ੍ਰੇਸ਼ਨ ਕਰਾਈ ਉਹ ਪੈਰਾ ਦੇ ਉੱਪਰ ਪ੍ਰੋਡਕਟ ਬਣ ਜਾਏਗਾ। ਦੈਨ ਆਫਟਰ H ਪੋਜ਼ੀਟਿਵ ਇਟ ਵੁੱਡ ਵੀ ਬਿਕਮ ਨਾਈਟ੍ਰੋ ਐਨੀਲੀਨ। ਠੀਕ ਹੈ ਜੀ, ਇਹ ਪ੍ਰੋਡਕਟ ਬਣ ਜਾਏਗਾ। ਅਗਰ ਅਸੀਂ ਬ੍ਰੋਮੀਨੇਸ਼ਨ ਕਰਵਾ ਰਹੇ ਹਾਂ, ਦੈਨ ਸੇਮ, ਮਤਲਬ ਕਿਆ ਕਿ ਸਾਰਾ ਕੁਛ ਜਾ ਕੇ ਪੈਰਾ 'ਤੇ ਹੀ ਲੱਗੇਗਾ। ਠੀਕ ਹੈ, ਆਫਟਰ ਦੈਟ ਜਿਹੜਾ ਅਸੀਂ ਐਸਿਡ ਪਾਇਆ ਹੋਇਆ ਹੈ, ਜੋ ਵੀ ਪਾਇਆ ਐਸਿਡ ਤੁਸੀਂ, ਸਲਫਿਊਰਿਕ ਐਸਿਡ ਪਾਇਆ ਜੋ ਵੀ ਹੈ, ਉਹ H ਪੋਜ਼ੀਟਿਵ ਰਿਲੀਜ਼ ਕਰ ਦੇਗਾ, ਇਹਨੂੰ ਕਿਆ ਬਣਾ ਦੇਗਾ, NH2। ਸੋ ਇਹੀ ਕੁਐਸਚਨ ਇੱਦਾਂ ਦੇ ਬਹੁਤ ਸਾਰੇ ਮੈਕੈਨਿਜ਼ਮ, ਇੱਕ ਤੁਹਾਨੂੰ ਮੈਕੈਨਿਜ਼ਮ ਸਮਝ ਆ ਗਿਆ ਕਿ ਮਤਲਬ ਤੁਹਾਨੂੰ ਸਾਰਾ ਮਾਈਨਸ ਚੈਪਟਰ ਕਲੀਅਰ ਹੋ ਗਿਆ। ਠੀਕ, ਤਾਂ ਬ੍ਰੋਮੀਨ ਸਾਡੇ ਕੋਲ ਪੈਰਾ 'ਚ ਆ ਜਾਏਗਾ। ਓਕੇ, ਔਰਥੋ ਬ੍ਰੋਮੋ ਲਿਖਿਆ ਹੋਏ ਚਾਹੇ ਉੱਥੇ ਪੈਰਾ ਲਿਖਿਆ, ਤਾਂ ਅਸੀਂ ਜਿਹੜਾ ਟਿਕ ਕਰਨਾ ਹੈ ਅਸੀਂ ਪੈਰਾ ਵਾਲਾ ਕਰਨਾ ਹੈ, ਕਿਉਂਕਿ ਪੈਰਾ ਵਾਲਾ ਮੇਜਰ ਪ੍ਰੋਡਕਟ ਹੁੰਦਾ ਹੈ ਐਂਡ ਸਟੇਬਲ ਪ੍ਰੋਡਕਟ ਹੁੰਦਾ ਹੈ। ਸਲਫੋਨੇਸ਼ਨ ਕਰਾਉਣੇ ਆ, SO3H ਗਰੁੱਪ ਆ ਜਾਏਗਾ। ਸੋ ਆਈ ਹੈਵ ਨੋ ਸਪੇਸ, ਬਟ ਹਾਂ ਇੱਥੇ ਦੇਖ ਲਓ, ਜੇਕਰ ਅਸੀਂ ਸਲਫੋਨੇਸ਼ਨ ਕਰਾ ਰਹੇ ਹਾਂ ਦੈਨ ਸਾਡੇ ਕੋਲ ਜਿਹੜਾ ਪ੍ਰੋਡਕਟ ਹੋਏਗਾ
SO3 H आ जाएगा पैरा पोजीशन के उपर NH2। तो ये तुम देख सकते हो, मतलब कि असी इस वाली रिएक्शन एनिलीन ਨੂੰ प्रोटैक्ट करके ब्रोमीन ब्रोमीनेशन नाइट्रेशन सल्फोनेशन जिथे साड़ी डिज़ायर है असी उत्थे जाके रिएक्शन करवा सकते हैं। जिदा पैरा वाला प्रोडक्ट सानू चाहिए ओनली पैरा चाहिए तो असी प्रोटैक्ट करांगे इस अमाइन नू NH2। ठीक, सो अगे नैक्सट आप चलते हैं कुछ इंपोर्टेंट इस रिलेटेड ने टैसट है ने जो मोस्ट इंपोर्टेंट टैसट होंगे। पहली गल थानू इदा होना पता होना चाहिए, ये वाली सीरीज़ पता होनी चाहिए कि NH2 इज़ मोर बेसिक और लैस बेसिक थानू किद्दां पता चलेगा है ना। अगर तो इलैक्ट्रॉन इनके नाल सबस्टिट्यूट ग्रुप जोड़े लगे हुए हैं एनीलीन के नाल, अगर जोड़े सबस्टिट्यूएंट्स ग्रुप लगे हुए हैं, मैं एग्जाम्पल लैके भी दसूँगा थानू, बट सबस्टिट्यूएंट्स लगे हुए हैं जोड़े इलैक्ट्रॉन विदड्रॉइंग ने विदड्रॉइंग ग्रुप्स ने ਜਿਹੜੇ इलैक्ट्रॉन विदड्रॉइंग ग्रुप्स लगे हुए हैं, अगर एनीलीन के नाल वो वाले लगे हुए हैं, दैन इनकी बेसिसिटी की होएगी, डिक्रीज होएगी। बेसिसिटी डिक्रीज होती जाएगी जदों इलैक्ट्रॉन जोड़े सबस्टिट्यूएंट्स ने वो इलैक्ट्रॉन डोनेटिंग ग्रुप लगे हुए हैं। ठीक, तब बेसिसिटी इनक्रीज होएगी। गॉट इट। सो हम आप एग्जाम्पल लेने इलैक्ट्रॉन विदड्रॉइंग का। अगर साढ़े को इलैक्ट्रॉन विदड्रॉइंग ग्रुप लग्या होया, कुछ बच्चे मे भी कन्फ्यूजन हो इलैक्ट्रॉन विदड्रॉइंग ग्रुप किहड़े होंदे ने। सपोज दिस इज नाइट्रो ग्रुप, जिहड़ा इलैक्ट्रॉन अपने वाल खिंचेगा क्या करेगा, इन एनीलीन है थ्रू दी रेजोनेंस इलैक्ट्रॉन ट्रांसफर होणगे, अगे ट्रांसफर होणगे, अगे ट्रांसफर होणगे एंड अगे ट्रांसफर होणगे, मतलब कि ये सारे इलैक्ट्रॉन कंज्यूम कर लिया नाइट्रो वाला ऑक्सीजन। ठीक है, तो इलैक्ट्रॉन डेंसिटी घट गई, जिथे इलैक्ट्रॉन डेंसिटी घट गई मतलब बेसिसिटी घट गई, बेसिसिटी डिक्रीज हो गई, क्योंकि उनके कोल कोई कैपेबिलिटी नहीं रही इलैक्ट्रॉन किसी को देने वास्ते है ना। तद ही बेस होएगा जो किसी को इलैक्ट्रॉन देगा डोनेट करेगा, तो उनकी कैपेबिलिटी घट गई क्योंकि ऑक्सीजन नहीं खिंच लिया अपने इलैक्ट्रॉन अपने वाल एंदे जोड़े अपने लॉन पेयर सीगे वो नाइट्रो वाला ऑक्सीजन लै गया। सो ये इलैक्ट्रॉन डेफिशिएंट हो गया। सो दिस बेसिसिटी डिक्रीज हो गई सिंपली। अगर इलैक्ट्रॉन डोनेटिंग ग्रुप की एग्जाम्पल आप लईए सिंपल, बाकी सारे इदां दी इलैक्ट्रॉन डोनेटिंग जो विदड्रॉइंग ग्रुप होंगे सब इदां ही एक्ट करनगे, बेसिसिटी डिक्रीज करनगे। आप एक ऑर्डर भी देख लांगे। इलैक्ट्रॉन डोनेटिंग ग्रुप जिद्दां साडे कोल सपोज करो इत्थे बेंजीन है एंड एनीलीन, सो हेयर इज CH3। सो ਜਿਹੜਾ ਇਹ वाला हैगा CH3 इज इलैक्ट्रॉन डोनेटिंग ग्रुप, इलैक्ट्रॉन देगा ये अपना इलैक्ट्रॉन देगा, ये भी इलैक्ट्रॉन मतलब इनके कोल इलैक्ट्रॉन काफ़ी हो जाएंगे। सो इनकी बेसिसिटी ज़्यादा होएगी, जिस को इलैक्ट्रॉन डेंसिटी ज़्यादा होएगी बेसिसिटी ज़्यादा होएगी। ठीक है, जिस को इलैक्ट्रॉन डेंसिटी घट होएगी उनकी बेसिसिटी डिक्रीज होएगी। मेनली कंसैप्ट बिठा लो माइंड दे विच, जिहड़ी बेसिसिटी आ वो किस ते डिपेंड करती है। बेसिसिटी डिपेंड्स अपॉन दी नंबर ऑफ इलैक्ट्रॉन number of freely electrons, freely electrons basically depends on number of freely electrons। सो जिन्ने ज़्यादा होंगे इलैक्ट्रॉन्स उन्नी ज़्यादा बेसिसिटी होगी, इलैक्ट्रॉन्स ज़्यादा बेसिसिटी भी ज़्यादा। ठीक है, इलैक्ट्रॉन घट बेसिसिटी भी घट। सो ये कॉन्सैप्ट है ना, तो ये थोड़ा क्लीयर हो जाना चाहिए है। इस रिलेटेड अगर कोई भी थोड़ा डाउट हो मेरे को ऑलवेज वेलकम है, कमेंट सैक्शन में पूछ सकते हो। सो नैक्सट अगर असी गल करिए जो असी एनालिसिस करते हैं ना टैसट की, सो टैसट भी इंपोर्टेंट ने। सो आई थिंक लास्ट ईयर में भी आया होया इधर रिलेटेड कुछ भी। तो टैसट देखो जेडे याद रखने तुसी, इन्होंने एक तो टैसट जोड़ा है अमीन विच हैंसबर्ग टैसट है वा। ठीक है, जोड़ा हंसबर्ग टैसट है ना, तो जोड़े टर्शरी अमाइन है वो नहीं देंगे, टर्शरी अमाइन नहीं देंगे ये वाला टैसट। ठीक है जी, सो टर्शरी अमाइन इनदे च इंडिकेट नहीं करेगा, सानू तो पता चल जाएगा कि वो प्राइमरी एंड सैकेंडरी अमाइन है। प्राइमरी सैकेंडरी एंड टर्शरी अमाइन को डिटैक्ट करने वास्ते टर्शरी वाला जोड़ा है टैसट नहीं देगा, नहीं देगा जी, नहीं देगा। ठीक है जी,
ਕਿਹੜੇ ਵਾਲਾ ਨਹੀਂ ਦੇਗਾ, ਟਰਸ਼ਰੀ ਵਾਲਾ, ਹੈ ਨਾ। ਓਕੇ, ਆਈ ਥਿੰਕ ਜਿੱਦਾਂ ਵੀ ਤੁਹਾਡੇ ਮਾਈਂਡ 'ਚ ਬੈਠਦਾ ਬਿਠਾ ਲਓ ਇਹਨੂੰ ਆਨਸਰ। ਅਤੇ ਟਰਸ਼ਰੀ ਵਾਲਾ ਜਿਹੜਾ ਮਾਈਨ ਆ ਉਹ ਟੈਸਟ ਨਹੀਂ ਦੇਊਗਾ, ਠੀਕ ਹੈ। ਸੋ ਓਕੇ, ਜਿਹੜਾ ਪ੍ਰਾਇਮਰੀ ਵਾਲਾ ਹੈਗਾ ਆ ਤਾਂ ਉਹ ਕੀ ਕਰੇਗਾ, ਇੰਡੀਕੇਟ ਕਰੇਗਾ, ਟੈਸਟ ਦੇਗਾ। ਪ੍ਰਾਇਮਰੀ ਵਾਲਾ ਦੇਗਾ, ਸੈਕੰਡਰੀ ਵਾਲਾ ਵੀ ਦੇਗਾ, ਠੀਕ ਹੈ, ਪ੍ਰਾਇਮਰੀ ਵਾਲਾ ਨਹੀਂ ਦੇਗਾ। ਓਕੇ, ਨਾਓ ਨੈਕਸਟ ਇੱਕ ਹੋਰ ਟੈਸਟ ਇਹਦੇ ਰਿਲੇਟਡ ਆਉਂਦਾ ਹੁੰਦਾ ਹੈ, ਕਾਰਬਾਈਲ ਮਾਈਨ ਟੈਸਟ। ਬਹੁਤ ਇੰਪੋਰਟੈਂਟ ਆ, ਸ਼ਾਇਦ ਇਹ ਵੀ ਮੈਨੂੰ ਲੱਗਦਾ ਕਿ ਕਿਸੇ ਨਾ ਕਿਸੇ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ, ਕਾਰਬਾਈਲ ਮਾਈਨ ਇਹ ਟੈਸਟ। ਬਾਕੀ ਮੈਂ ਆਲਰੇਡੀ ਦੱਸ ਚੁੱਕਿਆ, ਉਹਨਾਂ ਦੀ ਟ੍ਰਿਕ ਵੀ ਦੱਸ ਦੇ ਚੁੱਕਿਆ। ਮੈਂ ਨੈਕਸਟ ਵੀਡੀਓ ਦੱਸ ਦੂੰਗਾ, ਬਿਕੋਜ਼ ਇਹ ਵੀਡੀਓ ਸ਼ਾਇਦ ਮੇ ਵੀ ਲੈਂਥੀ ਹੋ ਜੇ ਥੋੜ੍ਹੀ ਜਿਹੀ, ਬਟ ਮੈਂ ਉਹ ਜਲਦੀ ਹੀ ਉਹ ਤੁਹਾਨੂੰ 1-2 ਦਿਨ ਦੇ ਵਿੱਚ ਹੀ ਅਪਲੋਡ ਕਰ ਦੂੰਗਾ, ਬਿਕੋਜ਼ ਵੀ ਹੈਵ ਨੋ ਇਨਫ ਟਾਈਮ ਟੂ, ਹੈ ਨਾ, ਪ੍ਰਪੇਅਰ ਕਰਨ ਵਾਸਤੇ ਸਾਡੇ ਕੋਲ ਬਹੁਤ ਸਾਰਾ ਟਾਈਮ ਨਹੀਂ ਹੈਗਾ। ਸੋ ਕਾਰਬਾਈਲ ਮਾਈਨ ਟੈਸਟ ਜਿਹੜਾ ਹੈਗਾ ਆ, ਕਾਰਬਾਈਲ ਅਮਾਈਨ ਟੈਸਟ ਕਦੋਂ ਕਰਦੇ ਹਾਂ, ਇਹ ਅਸੀਂ ਉਦੋਂ ਕਰਦੇ ਹਾਂ ਜਦੋਂ ਪ੍ਰਾਇਮਰੀ ਅਮਾਈਨਸ ਜਾਂ ਐਰੋਮੈਟਿਕ ਆਪਾਂ ਮਾਈਨਸ ਲੈ ਲਈਏ, ਹੈ ਨਾ, ਜਦੋਂ ਅਸੀਂ ਇਹਨਾਂ ਨੂੰ ਕੰਪੇਅਰ ਕਰਨਾ ਹੁੰਦਾ ਇਨ ਦੀ ਪ੍ਰਾਇਸ ਆਫ ਅਲਕੋਹਲਿਕ ਐਂਡ ਪੋਟਾਸ਼ੀਅਮ ਹਾਈਡਰੋਕਸਾਈਡ ਦੀ ਪ੍ਰਾਇਸ ਕਰਦੇ ਹਾਂ। ਸੋ ਜਿਹੜੇ ਪ੍ਰਾਇਮਰੀ ਅਮਾਈਨਸ ਹੈਗੇ ਆ, ਹੈ ਨਾ, ਤਾਂ ਉਹ ਕੀ ਕਰਦੇ ਨੇ, ਆਪਣੀ ਸਮੈਲ ਨੂੰ ਰਿਲੀਜ਼ ਕਰਦੇ ਆ, ਮਤਲਬ ਕਿ ਸਾਨੂੰ ਪ੍ਰਾਇਮਰੀ ਜਿਹੜੇ ਅਮਾਈਨਸ ਹੋਣਗੇ ਉਹ ਸਮੈਲ ਨੂੰ ਰਿਲੀਜ਼ ਕਰਨਗੇ, ਸਮੈਲ ਦੇਣਗੇ ਪ੍ਰਾਇਮਰੀ ਅਮਾਈਨਸ। ਕਾਰਬਾਈਲ ਮਾਈਨ ਟੈਸਟ ਵਾਸਤੇ ਅਸੀਂ ਐਰੋਮੈਟਿਕ ਅਤੇ ਐਲੀਫੈਟਿਕ ਅਮਾਈਨਸ ਬਾਰੇ ਪਤਾ ਕਰ ਸਕਦੇ ਹਾਂ, ਠੀਕ ਹੈ। ਪ੍ਰਾਇਮਰੀ ਅਮਾਈਨਸ ਬਾਰੇ ਅਸੀਂ ਪਤਾ ਕਰ ਸਕਦੇ ਹਾਂ। ਸੋ ਦਿਸ ਟੈਸਟ ਇਜ਼ ਟੂ ਆਇਡੈਂਟੀਫਾਈ ਪ੍ਰਾਇਮਰੀ ਅਮਾਈਨਸ। ਅਗਰ ਸਾਨੂੰ ਆ ਜਾਏ ਕਿ ਪ੍ਰਾਇਮਰੀ ਅਤੇ ਸੈਕੰਡਰੀ ਵਿੱਚ ਤੁਸੀਂ ਪਤਾ ਕਰੋ ਤਾਂ ਸਾਨੂੰ ਪ੍ਰਾਇਮਰੀ ਅਮਾਈਨਸ ਤੋਂ ਪਤਾ ਚੱਲੇਗਾ ਕਿ ਕਾਰਬਾਈਲ ਮਾਈਨ ਟੈਸਟ ਤੋਂ ਕਿ ਉਹ ਪ੍ਰਾਇਮਰੀ ਅਮਾਈਨਸ ਨੇ ਜਾਂ ਐਰੋਮੈਟਿਕ ਅਮਾਈਨਸ ਨੇ, ਠੀਕ ਹੈ ਜੀ, ਐਰੋਮੈਟਿਕ ਅਮਾਈਨਸ, ਟੂ ਡਿਟੈਕਟ ਦੀ ਡਿਫਰੈਂਸ ਬਿਟਵੀਨ ਪ੍ਰਾਇਮਰੀ ਐਂਡ ਸੈਕੰਡਰੀ ਅਮਾਈਨਸ ਜੋ ਵੀ ਹੋਏਗਾ, ਹੈ ਨਾ। ਐਂਡ ਨੈਕਸਟ ਇਜ਼ ਐਜ਼ੋਡਾਈ ਟੈਸਟ। ਐਜ਼ੋਡਾਈ ਟੈਸਟ ਹੁੰਦਾ, 3 ਟੈਸਟ ਅਸੀਂ ਲਰਨ ਕਰਨੇ ਆ ਜੀ, ਠੀਕ ਹੈ, 3 ਟੈਸਟ ਲਰਨ ਕਰਨੇ ਆ। ਸੋ ਦਿਸ ਟੈਸਟ ਹੈਲਪਸ ਟੂ ਡਿਸਟਿੰਗੁਇਸ਼ ਬਿਟਵੀਨ ਪ੍ਰਾਇਮਰੀ ਐਰੋਮੈਟਿਕ ਅਮਾਈਨ ਐਂਡ ਪ੍ਰਾਇਮਰੀ ਐਲੀਫੈਟਿਕ ਅਮਾਈਨ, ਠੀਕ ਹੈ ਜੀ। ਐਜ਼ੋਡਾਈ ਟੈਸਟ ਕਿੱਥੇ ਯੂਜ਼ ਕੀਤਾ ਜਾਂਦਾ ਆ, ਟੂ ਡਿਸਟਿੰਗੁਇਸ਼ ਪ੍ਰਾਇਮਰੀ ਐਰੋਮੈਟਿਕ ਐਂਡ ਸਬਜ਼ੀ ਵੇਚਣ ਵਾਲਾ ਆ ਗਿਆ, ਲੈ ਜਾਓ ਬਈ। ਸੋ ਕਿ ਪ੍ਰਾਇਮਰੀ ਐਰੋਮੈਟਿਕ ਪ੍ਰਾਇਮਰੀ, ਸੋ ਪਿੰਡਾਂ ਵਿੱਚ ਤਾਂ ਇਹੀ ਕੁਛ ਹੁੰਦਾ ਜੀ, ਸ਼ਹਿਰਾਂ ਵਿੱਚ ਜਾਣਾ ਨਹੀਂ ਹੁੰਦਾ ਸੀ, ਹੈ ਨਾ। ਤਾਂ ਪ੍ਰਾਇਮਰੀ ਚਲੋ ਦਿਸ ਵਾਜ਼ ਲਾਈਕ ਕਿਆ ਕਹਿੰਦੇ ਆ, ਐਡ, ਹੈ ਨਾ, ਜਿੱਦਾਂ ਐਡ ਆਉਂਦੀ ਹੁੰਦੀ ਹੈ। ਸੋ ਓਕੇ, ਪ੍ਰਾਇਮਰੀ ਅਮਾਈਨ ਪ੍ਰਾਇਮਰੀ ਐਰੋਮੈਟਿਕ ਐਂਡ ਪ੍ਰਾਇਮਰੀ ਅਮਾਈਨ ਐਲੀਫੈਟਿਕ, ਠੀਕ ਹੈ ਜੀ। ਤਾਂ ਜਿਹੜੀਆਂ ਇਹਦੇ ਵਿੱਚ ਪ੍ਰਾਇਮਰੀ ਐਰੋਮੈਟਿਕ ਅਮਾਈਨਸ ਹੋਣਗੀਆਂ, ਪ੍ਰਾਇਮਰੀ ਐਲੋਫੈਟਿਕ ਹੋਣਗੀਆਂ। ਜਿਹੜੇ ਪ੍ਰਾਇਮਰੀ ਐਲੀਫੈਟਿਕ ਅਮਾਈਨਸ ਹੈਗੀਆਂ ਨੇ ਉਹ ਕੀ ਕਰਨਗੀਆਂ, ਇਸ ਟੈਸਟ ਨੂੰ ਨਹੀਂ ਦੇਣਗੀਆਂ। ਪ੍ਰਾਇਮਰੀ ਅਮਾਈਨਸ ਐਲੀਫੈਟਿਕ ਐਜ਼ੋਡਾਈ ਟੈਸਟ ਨਹੀਂ ਦੇਣਗੀਆਂ, ਕਿਉਂਕਿ ਐਲੀਫੈਂਟ ਯਾਦ ਰੱਖਣਾ ਸੀ, ਐਲੀਫੈਂਟ ਘਰ ਵਿੱਚ ਰੱਖਣਾ ਬਹੁਤ ਔਖਾ ਹੋ ਜਾਂਦਾ, ਐਲੀਫੈਂਟ ਘਰ ਵਿੱਚ ਰੱਖਣਾ ਬਹੁਤ ਹੋ ਜਾਂਦਾ ਆ। ਐਲੀਫੈਟਿਕ ਨਹੀਂ ਰਿਐਕਸ਼ਨ ਦੇਗਾ ਐਜ਼ੋਡਾਈ ਦੇ ਨਾਲ, ਠੀਕ ਹੈ। ਹੁਣ ਤੁਸੀਂ ਡਾਈ ਕਰਨਾ ਚਾਹੁੰਦੇ ਹੋ, ਕਲਰ ਕਰਨਾ ਚਾਹੁੰਦੇ ਹੋ ਹਾਥੀ ਨੂੰ, ਹੈ ਨਾ, ਅਗਰ ਤੁਸੀਂ ਹਾਥੀ ਨੂੰ ਡਾਈ ਕਰਨਾ ਚਾਹੁੰਦੇ ਹੋ, ਕਲਰ ਕਰਨਾ ਚਾਹੁੰਦੇ ਹੋ, ਡਾਈ ਐਲੀਫੈਂਟ, ਤੁਸੀਂ ਕਲਰ ਕਰ ਪਾਓਗੇ ਕਿ ਉਹਦੇ ਮੱਥੇ ਦੇ ਉੱਪਰ ਤੁਸੀਂ ਲਗਾ ਲਓਗੇ ਈਜ਼ਲੀ? ਨਹੀਂ, ਆਪਾਂ ਨਹੀਂ ਲਗਾ ਸਕਦੇ, ਹੈ ਨਾ। ਤਾਂ ਓਕੇ, ਸੋ ਅਸੀਂ ਐਲੀਫੈਂਟ ਨੂੰ ਈਜ਼ਲੀ ਨਹੀਂ ਲਗਾ ਸਕਦੇ ਡਾਈ, ਹੈ ਨਾ, ਬਹੁਤ ਟਫ ਹੈ। ਸੋ ਪ੍ਰਾਇਮਰੀ ਐਲੀਫੈਟਿਕ ਹੋਣਗੇ ਤਾਂ ਉਹਨਾਂ ਨੂੰ ਡਾਈ ਲਗਾਉਣਾ, ਮੱਥੇ 'ਤੇ ਕਲਰ ਲਗਾਉਣਾ ਬਹੁਤ ਡਿਫੀਕਲਟ ਹੋਏਗਾ, ਸੋ ਆਪਾਂ ਨਹੀਂ ਲਗਾ ਸਕਦੇ। ਅਤੇ ਐਜੋ ਡਾਈ ਨਹੀਂ ਲਗਾ ਸਕਦੇ, ਕਿਹਨੂੰ ਨਹੀਂ ਲਗਾ ਸਕਦੇ, ਐਲੀਫੈਂਟ ਮਤਲਬ ਐਲੀਫੈਟਿਕ। ਸੋ ਇੱਥੋਂ ਸਾਨੂੰ ਕਲੀਅਰ ਹੋ ਜਾਣਾ ਚਾਹੀਦਾ ਹੈ ਕਿ ਪ੍ਰਾਇਮਰੀ ਅਮਾਈਨਸ ਜਿਹੜੇ ਐਲੀਫੈਟਿਕ ਹੋਣਗੇ ਉਹ ਟੈਸਟ ਨਹੀਂ ਦੇਣਗੇ, ਠੀਕ। ਐਂਡ ਸੈਕਿੰਡ ਥਿੰਗ ਇਜ਼ ਦੈਟ ਜਿਹੜੇ ਸੋਲਿਊਸ਼ਨ ਹੁੰਦੇ ਹੈ ਆਪਣੇ, ਜਿਵੇਂ ਆਪਾਂ ਮੰਨ ਲਓ ਕਰਨਾ ਵਾ ਪ੍ਰਾਇਮਰੀ ਅਮਾਈਨ ਦਾ, ਆਪਾਂ ਚਲੋ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ ਪ੍ਰਾਇਮਰੀ ਅਮਾਈਨ ਦਾ, ਠੀਕ ਹੈ। ਪ੍ਰਾਇਮਰੀ ਅਮਾਈਨ ਨੂੰ ਜਦੋਂ ਅਸੀਂ ਐਡ ਕਰ ਦਿੰਦੇ ਵਿੱਚ ਸੋਡੀਅਮ ਨਾਈਟ੍ਰੇਟ ਐਂਡ HCl,
ਹੈ ਨਾ, ਪ੍ਰਾਇਮਰੀ ਮਾਈਨ ਦੇ ਵਿੱਚ ਇਨ ਕੋਲਡ ਕੰਡੀਸ਼ਨ, ਠੀਕ ਹੈ। ਤਾਂ ਕੀ ਪ੍ਰੋਡਕਟ ਦਿੰਦਾ ਹੁੰਦਾ HNO2 ਹੈ ਨਾ, ਨਾਈਟ੍ਰੇਸ਼ਨ ਵਾਸਤੇ ਬਣਦਾ ਹੁੰਦਾ ਆ। ਸੋ ਇਹ ਵੀ ਆਪਾਂ ਲੀਵ ਕਰ ਦਿੰਦੇ, ਇਸ ਵੱਲ ਧਿਆਨ ਨਹੀਂ ਦੇਣਾ। ਸੋ ਜਦੋਂ ਆਪਾਂ ਟੈਸਟ ਕਰਦੇ ਹਾਂ ਪ੍ਰਾਇਮਰੀ ਅਰਾਈਲ ਅਮਾਈਨਸ ਦਾ, ਪ੍ਰਾਇਮਰੀ ਅਰਾਈਲ ਅਮਾਈਨਸ ਸਮਝ ਰਹੇ ਹੋਣਗੇ ਤੁਸੀਂ, ਅਰਾਈਲਸ ਮਤਲਬ ਬੈਂਜ਼ੀਨ ਨਾਲ ਜਿਹੜੇ ਲੱਗੇ ਹੁੰਦੇ ਨੇ, ਪ੍ਰਾਇਮਰੀ ਮਤਲਬ ਜਿਹੜੇ ਪ੍ਰਾਇਮਰੀ ਹੋਣਗੇ, ਜਿਹੜੇ ਬੈਂਜ਼ੀਨ ਨਾਲ ਡਾਇਰੈਕਟ ਲੱਗੇ ਹੁੰਦੇ ਆ ਨਾਟ ਏ ਪ੍ਰਾਇਮਰੀ, ਉਸ ਕੀ ਹੈ ਸੈਕੰਡਰੀ ਹੁੰਦੇ ਆ। ਉਸ ਤੋਂ ਅੱਗੇ CH2 ਗਰੁੱਪ ਦੇ ਨਾਲ ਲੱਗਿਆ ਹੋਏਗਾ, ਉਹਨੂੰ ਅਸੀਂ ਕੀ ਕਹਿੰਦੇ ਹੁੰਦੇ ਆ, ਪ੍ਰਾਇਮਰੀ ਅਰਾਈਲ ਅਮਾਈਨ। ਸੋ ਇਹ ਜਸਟ ਥੋੜ੍ਹੀ ਜਿਹੀ ਡਿਸਕਸ਼ਨ ਸੀਗੀ ਇਸ ਬਾਰੇ, ਹੋਰ ਕੁਛ ਹੈ ਨਹੀਂ ਦੱਸਣ ਵਾਲਾ ਇਹਦੇ ਵਿੱਚ। ਆਈ ਥਿੰਕ ਦੈਟਸ ਆਲ। ਇੱਕ ਬੀਟਾ ਨੈਪਥੋਲ ਆ ਸਕਦਾ ਹੈ ਤੁਹਾਨੂੰ ਪੇਪਰ ਦੇ ਵਿੱਚ, ਹੈ ਨਾ, ਬੀਟਾ ਨੈਪਥੋਲ ਪੇਪਰ ਦੇ ਵਿੱਚ ਆ ਸਕਦਾ ਹੈ। ਤਾਂ ਉਹ ਜਿਹੜਾ ਹੁੰਦਾ ਆ ਬੀਟਾ ਨੈਪਥੋਲ ਚੈੱਕ ਕਰਨ ਵਾਸਤੇ ਹੁੰਦਾ ਆ, ਜਿਹੜਾ ਬੈਂਜ਼ੀਨ ਡਾਈਜ਼ੋਨੀਅਮ ਕਲੋਰਾਈਡ ਹੋਏਗਾ ਉਹਦੇ ਨਾਲ ਰਿਐਕਸ਼ਨ ਕਰਦਾ ਹੁੰਦਾ ਆ, ਬੈਂਜ਼ੀਨ ਡਾਈਜ਼ੋਨੀਅਮ ਕਲੋਰਾਈਡ H2 ਪੋਜ਼ੀਟਿਵ Cl ਨੈਗੇਟਿਵ, ਇਹਦੇ ਨਾਲ ਰਿਐਕਸ਼ਨ ਕਰਦਾ ਹੁੰਦਾ। ਬੀਟਾ ਨੈਪਥੋਲ ਰਿਐਕਸ਼ਨ ਕਰਕੇ ਔਰੇਂਜ ਕਲਰ ਦਿੰਦਾ ਹੈ ਆਪਾਂ ਨੂੰ। ਸੋ ਇੱਥੋਂ ਸਾਨੂੰ ਪਤਾ ਚੱਲ ਜਾਂਦਾ ਹੈ ਕਿ ਜਿਹੜੀ ਸਾਡੇ ਕੋਲ ਅਮਾਈਨ ਆ ਉਹ ਐਰੋਮੈਟਿਕ ਹੈ, ਠੀਕ ਹੈ। ਬੀਟਾ ਨੈਪਥੋਲ ਇਹ ਬਹੁਤ ਰੇਅਰਲੀ ਕਿਤੇ ਦੱਸਿਆ ਹੋਇਆ ਹੈ। ਸੋ ਇਹਨੂੰ ਕਨਸੈਪਟ ਬਿਠਾ ਲਿਓ। ਬੀਟਾ ਨੈਪਥੋਲ ਆਪਾਂ ਨੂੰ ਦੱਸਦਾ ਹੁੰਦਾ ਕਿ ਉਹ ਐਰੋਮੈਟਿਕ ਹੈਗੀ ਆ, ਠੀਕ ਹੈ, ਕਿਉਂਕਿ ਇਹਦੇ ਵਿੱਚ ਫਿਰ ਇਸ ਨੂੰ ਬਣਾਇਆ ਜਾਂਦਾ ਹੈ ਸੋਡੀਅਮ ਡਾਈਜ਼ੋਨੀਅਮ ਕਲੋਰਾਈਡ NaNO2 ਐਡ ਕਰਕੇ ਇਨ ਦੀ ਪ੍ਰੈਜ਼ੈਂਸ ਆਫ HCl, ਦੈਨ ਆਲ ਪ੍ਰੋਸੀਜਰਸ ਆਰ ਦੇਅਰ। ਸੋ ਇਹ ਸਾਨੂੰ ਪਤਾ ਚੱਲਦਾ ਹੈ ਕਿ ਇਹ ਵਾਲਾ ਟੈਸਟ ਹੈ ਇਸ ਵਾਸਤੇ ਦਾ। ਸੋ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਜਿੱਥੇ ਪ੍ਰੋਬਲਮ ਆਉਂਦੀ ਹੈ, ਜੋ ਵੀ ਪ੍ਰੋਬਲਮ ਆਉਂਦੀ ਹੈ, ਯੂ ਕੈਨ ਆਸਕ ਮੀ, I will give you and your question, ਜੋ ਵੀ ਮਤਲਬ ਤੁਹਾਨੂੰ ਅਗਰ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਉਂਦੀ, ਯੂ ਕੈਨ ਆਸਕ ਮੀ, ਹੈ ਨਾ, ਐਨੀ ਟਾਈਮ ਐਨੀਵੇਅਰ। ਸੋ ਥੈਂਕ ਯੂ।